ਦੇ ਰਾਹੀਂ ਮਹਾਰਾਜ ਜੀ ਦਾ ਪਾਵਨ ਗੁਰ ਇਤਿਹਾਸ ਲੜੀਵਾਰ ਕਿਵੇਂ ਚੱਲਦਾ ਹੈ। ਸਮੂਹ ਸੰਗਤ ਗੁਰ ਇਤਿਹਾਸ ਦੀ ਕਥਾ ਵਿਚਾਰ ਦੇ ਨਾਲ ਜੁੜਦਿਆਂ ਹੋਇਆਂ ਮੁਖ ਨੂੰ ਕਰੋ ਪਵਿੱਤਰ ਤੇ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫੇਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। जय कर त्रास पाए और बादशाहो। ਗੁਰੂ ਕੇ ਸਿੱਖ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸ ਰਹੇ ਆ ਕਿ ਵੇਖੋ ਬਾਬਾ ਜੀ, ਹੁਣ ਤਾਂ 40 ਦੇ ਵੀ 42 ਦਿਨ ਹੋ ਗਏ ਆ, ਅਜੇ ਤੱਕ ਵੀ ਬਾਦਸ਼ਾਹ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਬਾਬਤ 40 ਦਿਨਾਂ ਦੀ ਗੱਲ ਕੀਤੀ ਸੀ, ਪਰ ਅਜੇ ਤੱਕ ਉਹਨੇ ਕੁਝ ਵੀ ਨਹੀਂ ਕੀਤਾ। ਹੁਣ ਸਾਡੀ ਬੇਨਤੀ ਇਹ ਆ, ਤੁਸੀਂ ਆ ਗਏ ਜੇ, ਸਾਡੀ ਕਾਫੀ ਮੁਸ਼ਕਿਲ ਹੱਲ ਹੋ ਗਈ ਆ। ਹੁਣ ਅਸੀਂ ਬਾਦਸ਼ਾਹ ਨੂੰ ਡਰਾਵਾਂਗੇ, ਜੇ ਉਹ ਡਰਾ ਸਕਦੇ ਆ ਔਰ ਵਲ ਛਲ ਤੇ ਫਰੇਬ ਕਰ ਸਕਦੇ ਆ, ਅਸੀਂ ਤਾਂ ਭਲੇ ਵਾਸਤੇ ਕੰਮ ਕਰਨਾ, ਕੋਈ ਨਜਾਇਜ਼ ਨਹੀਂ, ਕੋਈ ਕਿਸੇ ਨਾਲ ਕੋਈ ਧੱਕਾ ਨਹੀਂ। ਇਹ ਬਾਦਸ਼ਾਹ ਜਿੰਨਾ ਚਿਰ ਇਹਨੇ ਕੋਈ ਡਰ ਪ੍ਰਾਪਤ ਨਾ ਕੀਤਾ, ਉਹਨਾਂ ਚਿਰ ਤੱਕ ਇਹ ਜਿਹੜਾ ਬਾਦਸ਼ਾਹ ਹੈ ਇਹਦੇ ਦਿਲ ਵਿੱਚ ਤੋ ਨਿਕਸਾਏ ਦੁਰਗ ਕੇ ਮਾਹੋ। ਜਦੋਂ ਇਹ ਡਰੇਗਾ ਨਾ ਤੇ ਫੇਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆਉਣ ਵਾਸਤੇ ਫੇਰ ਇਹ ਬੇਨਤੀ ਕਰੇਗਾ। ਨਾਹੇ ਤਾਂ ਤਿਸ ਕੋ ਬਿਗਰਤ ਕਿਆ ਹੈ। ਜੇ ਅਸੀਂ ਕੀਤਾ ਹੀ ਕੁਝ ਨਾ, ਇਹਦੇ ਮਨ ਵਿੱਚ ਕੋਈ ਫਿਕਰ ਹੀ ਨਾ ਹੋਇਆ, ਬੇਫਿਕਰ ਹੋ ਕੇ ਆਪਣੇ ਮਹੱਲਾਂ ਵਿੱਚ ਘੁੰਮੇ ਤੇ ਨੀਚ ਲੋਕ ਇਹਦੇ ਆਲੇ ਦੁਆਲੇ ਆ, ਉਹ ਕਹਿੰਦੇ ਨੇ ਬਾਦਸ਼ਾਹ ਤੂੰ ਤੇ ਬਹੁਤ ਵਧੀਆ, ਤੰਦਰੁਸਤ ਹੈ, ਬੜਾ ਤਕੜਾ ਹੈ, ਤੇ ਫਿਰ ਇਸ ਬਾਦਸ਼ਾਹ ਦਾ ਕੀ ਵਿਗੜੇਗਾ। ਫਿਰ ਤਾਂ ਬੇਫਿਕਰ ਹੋ ਕੇ ਘੁੰਮ ਰਿਹਾ ਹੈ। ਗੁਰੂ ਬਿਠਾਏ ਨ ਚਿੰਤ ਭਇਆ ਹੈ। ਸਾਡੇ ਸਤਿਗੁਰੂ ਜੀ ਤੇ ਗਵਾਲੀਅਰ ਦੇ ਕਿਲੇ ਵਿੱਚ ਆ ਤੇ ਆਪ ਨਿਸ਼ਚਿੰਤ ਹੋ ਕੇ ਬਾਹਰ ਘੁੰਮਦਾ ਹੈ। ਤੋ ਗੁਰੂ ਕੇ ਸਿੱਖਾਂ ਨੇ ਆਖਿਆ, ਬਾਬਾ ਜੀ, ਬਾਬਾ ਬੁੱਢਾ ਸਾਹਿਬ ਜੀ, ਜੇ ਇਹਨੂੰ ਡਰਾਇਆ ਨਾ ਤੇ ਫਿਰ ਇਹ ਡਰੇਗਾ ਨਹੀਂ, ਇਹਨੂੰ ਕੋਈ ਫਿਕਰ ਹੀ ਨਹੀਂ ਹੋਵੇਗਾ। ਜੇ ਕਬ ਸਿਮਰ ਹੈ ਗੁਰ ਗੁਣ ਜਾਨ। ਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜਿਹੜੇ ਗੁਣਾਂ ਦੀ ਖਾਣ ਆ, ਜਿਨ੍ਹਾਂ ਵਿੱਚ ਬਹੁਤ ਜ਼ਿਆਦਾ ਅਕਾਲ ਪੁਰਖ ਪਰਮਾਤਮਾ ਦੀ ਵੱਡੀ ਬਖਸ਼ਿਸ਼ ਹੈ, ਜੇ ਸਤਿਗੁਰਾਂ ਦੇ ਗੁਣਾਂ ਨੂੰ ਇਹ ਜਾਣਦੇ ਹੁੰਦੇ, ਚਾਹੇ ਕਾਰਨ ਕੋ ਹਿਤ ਠਾਨ, ਤੇ ਫਿਰ ਆਪਣੇ ਆਪ ਹੀ ਸਤਿਗੁਰਾਂ ਨੂੰ ਬੁਲਾ ਲੈਂਦਾ। ਜੇ ਇਹਨੂੰ ਸਤਿਗੁਰਾਂ ਦੇ ਨਾਲ ਪਿਆਰ ਹੁੰਦਾ ਨਾ, ਗੁਰੂ ਸਾਹਿਬ ਜੀ ਦੇ ਗੁਣਾਂ ਨੂੰ ਜਾਣਦਾ ਵੀ ਬੜੀ ਵੱਡੀ ਮਹਾਨ ਸ਼ਕਤੀ ਦੇ ਮਾਲਕ ਆ, ਫਿਰ ਇਹਨੇ ਆਪਣੇ ਆਪ ਹੀ ਹਿੱਤ ਕਰਨਾ ਸੀ, ਪਿਆਰ ਕਰਨਾ ਸੀ, ਤੇ ਸਤਿਗੁਰਾਂ ਨੂੰ ਫਿਰ ਬਿਨਾਂ ਕਿਸੇ ਦੇਰੀ ਦੇ ਇਹਨੇ ਗਵਾਲੀਅਰ ਤੋਂ ਬਾਹਰ ਆਉਣ ਵਾਸਤੇ ਆਪ ਆਵਾਜ਼ ਮਾਰ ਕੇ ਕਹਿਣਾ ਸੀ। ਚੰਦੂ ਕੈ ਪੱਖੀ ਸਮੁਦਾਏ। ਉਹਦੇ ਆਲੇ ਦੁਆਲੇ ਜਿਹੜੇ ਲੋਕ ਆ, ਉਹ ਤਾਂ ਚੰਦੂ ਦੇ ਪੱਖੀ ਹਨ, ਉਹ ਸਾਰੇ ਬੰਦੇ ਚੰਦੂ ਦੇ ਹਨ। ਕਹੈ ਬਹੁ ਬਿਦ ਤੇ ਮਤ ਵਿੱਚ ਲਾਏ। ਬਹੁਤ ਕੁਛ ਬੋਲਦੇ ਨੇ ਗੁਰੂ ਘਰ ਦੇ ਖਿਲਾਫ, ਤੇ ਬਾਦਸ਼ਾਹ ਦੀ ਉਹਨਾਂ ਲੋਕਾਂ ਨੇ ਮੱਤ ਮਾਰ ਦਿੱਤੀ ਆ, ਉਹਦੀ ਮੱਤ ਇਹਨਾਂ ਨੇ ਵਿਚਲਾ ਦਿੱਤੀ ਹੈ। ਆਵਦ ਬਦੀ ਤਿਨ ਬਾਸੁਰ 40। ਇਹਨੇ 40 ਦਿਨ ਦਾ ਸਮਾਂ ਰੱਖਿਆ ਸੀ ਵੀ ਸਤਿਗੁਰੂ ਮਹਾਰਾਜ ਜੀ 40 ਦਿਨ ਗਵਾਲੀਅਰ ਦੇ ਕਿਲੇ ਵਿੱਚ ਜਾ ਕੇ ਜੇ ਅੱਲਾ ਪਾਕ ਖੁਦਾ ਨੂੰ ਚੇਤੇ ਕਰਦੇ ਹਨ। ਬੇਤੀ ਅਧਿਕ ਲੱਖ ਅੱਜ 142। ਕਹਿਣ ਲੱਗੇ, ਬਾਬਾ ਜੀ ਹੁਣ ਤੇ 42 ਦਿਨ ਹੋ ਗਏ ਆ, 42 ਦਿਨ ਹੋ ਗਏ ਆ, 40 ਦਿਨ ਤੋਂ 2 ਦਿਨ ਹੋਰ ਉੱਤੇ ਟੱਪ ਗਏ ਹਨ। ਹਮ ਚਾਹਤ ਹੈ ਕਰੇ ਉਪਾਏ। ਅਸੀਂ ਤਾਂ ਚਾਹੁੰਦੇ ਹਾਂ ਕੋਈ ਯਤਨ ਕੀਤਾ ਜਾਏ, ਕੋਈ ਉਪਾਅ ਕੀਤਾ ਜਾਏ। ਕਿਮ ਰਾਵਰ ਕੀ ਅਹ ਰਜਾਏ। ਕਹਿਣ ਲੱਗੇ, ਜਿਹੜੀ ਸਤਿਗੁਰੂ ਦੀ ਰਜਾ ਹੈ, ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਹੁਕਮ ਆ,
ਉਹਦੇ ਅੱਗੇ ਸਾਡੀ ਕੋਈ ਪੇਸ਼ ਨਹੀਂ ਜਾਂਦੀ, ਕਿਉਂਕਿ ਸਤਿਗੁਰਾਂ ਦਾ ਹੁਕਮ ਹੀ ਐਸਾ ਹੈ। ਸੁਣ ਭਾਈ ਬਿਰਧ ਨੇ ਮਨ ਜਾਣੀ। ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਕੇ ਸਿੱਖਾਂ ਦੇ ਪਾਸੋਂ ਇਹ ਬਚਨ ਸੁਣੇ ਤੇ ਬਾਬਾ ਜੀ ਨੇ ਆਪਣੇ ਮਨ ਦੇ ਵਿੱਚ ਸਾਰੀ ਗੱਲ ਨੂੰ ਜਾਣ ਲਿਆ ਹੈ। ਜਤਾ ਭਵਿੱਖਿਅਤ ਮਹਿ ਪ੍ਰਭ ਠਾਨੀ। ਜੋ ਕੁਛ ਵੀ ਭਵਿੱਖ ਦੇ ਵਿੱਚ ਕਰਨਾ ਹੈ, ਬਾਬਾ ਬੁੱਢਾ ਸਾਹਿਬ ਜੀ ਜਿਹੜੇ ਮਹਾਨ ਬ੍ਰਹਮ ਗਿਆਨੀ ਤਪਸਵੀ ਮਹਾਂਪੁਰਸ਼ ਆ, ਉਹਨਾਂ ਨੇ ਸਾਰੀ ਗੱਲ ਨੂੰ ਚੰਗੀ ਤਰ੍ਹਾਂ ਜਾਣ ਲਿਆ ਹੈ। ਕਹਿਆ ਬਾਗ ਸਿੱਖਣ ਸਮਝਾਏ। ਉਹਨਾਂ ਨੇ ਗੁਰੂ ਕੇ ਸਿੱਖਾਂ ਦੇ ਨਾਲ ਬਚਨ ਤੇ ਬਰਾਸਾਂ ਦੀ ਸਾਂਝ ਪਾਈ ਹੈ ਤੇ ਗੁਰੂ ਕੇ ਸਿੱਖਾਂ ਨੂੰ ਸਮਝਾਉਣਾ ਕੀਤਾ ਹੈ। ਤੁਰ ਕੈਸਰ ਦੇਹ ਤਰਾਸ ਦਿਖਾਏ। ਕਹਿਣ ਲੱਗੇ ਠੀਕ ਆ ਭਾਈ ਜੇਠਾ ਜੀ, ਤੁਹਾਡੇ ਬਚਨ, ਇਹ ਜਿਹੜਾ ਬਾਦਸ਼ਾਹ ਹੈ ਇਹਨੂੰ ਫਿਰ ਮੌਤ ਦਾ ਡਰ ਹੀ ਦੇਣਾ ਪਵੇਗਾ। ਮਾਤ ਹੁਕਮ ਤੇ ਮੈਂ ਇਹ ਕਹਿਓ। ਮੈਨੂੰ ਤੇ ਮਾਤਾ ਜੀ ਨੇ ਆਗਿਆ ਦੇ ਕੇ ਭੇਜਿਆ ਹੈ। ਮਾਤ ਗੰਗਾ ਜੀ ਨੇ ਮੈਨੂੰ ਆਪ ਉਹਨਾਂ ਨੇ ਹੁਕਮ ਲਾ ਕੇ ਭੇਜਿਆ ਹੈ। ਜਤਨ ਕਰਨ ਕੋ ਪਠਵਨ ਚਾਹਿਓ। ਮਾਤਾ ਜੀ ਨੇ ਹੁਕਮ ਕੀ ਲਾਇਆ ਕਿ ਤੁਸੀਂ ਯਤਨ ਕਰਨਾ ਹੈ ਜਾ ਕੇ ਕਿ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਿਲੇ ਵਿੱਚੋਂ ਬਾਹਰ ਆ ਜਾਣ। ਬਾਬਾ ਬੁੱਢਾ ਸਾਹਿਬ ਜੀ ਨੇ ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ ਜਿਹੜੇ ਗੁਰੂ ਕੇ ਸਿੱਖ ਆ, ਉਹਨਾਂ ਨੂੰ ਇਹ ਬਚਨ ਕੀਤਾ ਹੈ। ਕਿਸ ਕੈ ਕਹੈ ਕਰੀ ਅਸ ਬਾਤ। ਤੇ ਕਹਿਣ ਲੱਗੇ ਵੀ ਕਿੰਨਾ ਦੇ ਆਖਣ ਦੇ ਨਾਲ ਇਹ ਕੁਝ ਕੀਤਾ ਹੈ। ਗੁਰੂ ਕੇ ਸਿੱਖ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਉਹਨਾਂ ਦੀ ਆਗਿਆ ਦਾ ਪਾਲਣ ਵੀ ਕਰਨਾ ਚਾਹੁੰਦੇ ਆ, ਉਹਨਾਂ ਦੀ ਰਜ਼ਾ ਵਿੱਚ ਹੀ ਰਹਿਣਾ ਚਾਹੁੰਦੇ ਆ। ਤੇ ਫਿਰ ਗੁਰੂ ਕੇ ਸਿੱਖ ਜਿਹੜੇ ਆ, ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਬਾਬਾ ਜੀ ਨੇ ਆਪ ਇਹ ਗੱਲ ਕੀਤੀ ਹੈ, ਗੁਰ ਬੁਝੈ ਨਾ ਲਿਓ ਨਾਮ ਸੋ ਮਾਤ। ਕਹਿਣ ਲੱਗੇ ਠੀਕ ਹੈ ਬਾਬਾ ਜੀ, ਪਹਿਲਾਂ ਸਾਡੇ ਮਨ ਵਿੱਚ ਤਰਾਸ ਸੀ, ਡਰ ਸੀ ਕਿ ਸਤਿਗੁਰੂ ਜੀ ਨੂੰ ਕੀ ਜਵਾਬ ਦੇਵਾਂਗੇ। ਹੁਣ ਜਦੋਂ ਆਪ ਜੀ ਆ ਗਏ ਤੇ ਮਾਤਾ ਜੀ ਦੇ ਬਾਰੇ ਦੱਸ ਦਿੱਤਾ ਹੈ ਕਿ ਮਾਤਾ ਜੀ ਨੇ ਆਖਿਆ ਵੀ ਅਸੀਂ ਯਤਨ ਕਰਨਾ ਹੈ, ਢਿੱਲੇ ਨਹੀਂ ਪੈਣਾ, ਤੇ ਜੇ ਸਤਿਗੁਰੂ ਜੀ ਸਾਨੂੰ ਪੁੱਛਣਗੇ ਅਸੀਂ ਮਾਤਾ ਜੀ ਵੱਲੋਂ ਕਹਾਂਗੇ ਕਿ ਮਾਤ ਗੰਗਾ ਜੀ ਦੇ ਹੁਕਮ ਦੇ ਨਾਲ ਸਭ ਕੁਝ ਕੀਤਾ ਹੈ। ਐਮ ਸਿੱਖਣ ਮਿਲ ਮਸਲਤ ਹੋਈ। ਇਹ ਗੁਰੂ ਕੇ ਸਿੱਖਾਂ ਦੀ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਇਹ ਸਲਾਹ ਹੋਈ ਆ ਕਿ ਹੁਣ ਸਾਨੂੰ ਵੀ ਕੋਈ ਯਤਨ ਜਿਹੜਾ ਉਹ ਕਰਨਾ ਚਾਹੀਦਾ ਹੈ। ਜਾਹੈ ਜਾਮਨੀ ਮਹਿ ਤਹਿ ਦੋਈ। ਇਸੇ ਤਰ੍ਹਾਂ ਜਦੋਂ ਰਾਤ ਪੈ ਜਾਂਦੀ ਹੈ, ਸ਼ਾਮ ਦਾ ਸਮਾਂ ਹੋ ਜਾਂਦਾ ਹੈ, ਤੇ ਇਹ ਜਿਹੜੇ ਗੁਰੂ ਕੇ ਸਿੱਖ ਮਾਈ ਭਾਈ ਹਨ, ਭਾਈ ਬਿਰਧ ਆਇਸ ਤੇ ਔਰ ਹਰ ਖਾਏ। ਇਹਨਾਂ ਨੇ ਬਹੁਤ ਖੁਸ਼ੀ ਮਨਾਈ ਹੈ। ਭਾਈ ਜੇਠਾ ਜੀ, ਭਾਈ ਪ੍ਰਾਣਾ ਜੀ, ਗੁਰੂ ਕੇ ਸਿੱਖਾਂ ਨੇ ਕਿ ਬਾਬਾ ਬੁੱਢਾ ਸਾਹਿਬ ਜੀ ਆਏ, ਬਹੁਤ ਚੰਗੀ ਗੱਲ ਹੋਈ ਆ। ਬੜੇ ਮਹਾਂਪੁਰਸ਼ ਰੱਬ ਦੇ ਪਿਆਰੇ ਆ, ਉਹਨਾਂ ਦੇ ਆਉਣ ਤੇ ਇਹ ਗੁਰੂ ਕੇ ਸਿੱਖ ਬੜੇ ਹੀ ਖੁਸ਼ ਹੁੰਦੇ ਹਨ। ਕਰਨ ਉਹ ਪਾਉ ਸਭਨ ਮਨ ਭਾਏ। ਸਾਰਿਆਂ ਦੇ ਮਨ ਦੀ ਜਿਹੜੀ ਭਾਉਂਦੀ ਗੱਲ ਹੈ ਨਾ, ਉਹ ਬਾਬਾ ਬੁੱਢਾ ਸਾਹਿਬ ਜੀ ਨੇ ਸਾਨੂੰ ਆਣ ਕੇ ਦੱਸ ਦਿੱਤੀ ਆ। ਮੰਨੋ ਕਿ ਹੁਣ ਸਾਨੂੰ ਆਗਿਆ ਜਿਹੜੀ ਆ ਉਹ ਮਿਲੀ ਕਿ ਮਿਲੀ, ਕਿਉਂਕਿ ਮਾਤਾ ਜੀ ਨੇ ਕਹਿ ਕੇ ਭੇਜਿਆ ਤੇ ਮਾਤਾ ਜੀ ਸਤਿਕਾਰਯੋਗ ਆ, ਉਹਨਾਂ ਦਾ ਬਚਨ ਕਿਵੇਂ ਮੋੜਿਆ ਜਾ ਸਕਦਾ ਹੈ। ਧਰੇ ਦੁਪਹਿਰ ਸਤਿਗੁਰ ਜਾਗੇ। ਹੁਣ ਉਧਰੋਂ ਜਦੋਂ ਜਿਹੜਾ ਦੁਪਹਿਰ ਦਾ ਸਮਾਂ ਢਲ ਜਾਂਦਾ ਹੈ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਾਗਦੇ ਹਨ। ਮਿਲਿਆ ਬਿਰਧ ਭਾਈ ਅਨਰਾਗੇ। ਬੜੇ ਪਿਆਰ ਦੇ ਨਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਮਿਲਦੇ ਆ
ਤੇ ਬਾਬਾ ਬੁੱਢਾ ਸਾਹਿਬ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਨ। ਜੈਮ ਬੂਝੀ ਸੁਧ ਸਰਬ ਬਤਾਈ। ਤੇ ਜਿਵੇਂ ਉਹਨਾਂ ਨੇ ਸਾਰੀ ਖਬਰ ਸੁਣੀ ਹੈ ਉਸੇ ਤਰ੍ਹਾਂ ਸਾਰੀ ਬਤਾਈ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਸਾਰਾ ਹਵਾਲ ਉਹ ਵੀ ਸਤਿਗੁਰਾਂ ਨੂੰ ਦੱਸਣਾ ਹੈ। ਸੋ ਤਿਵੇਂ ਹੀ ਮਹਾਰਾਜ ਜੀ ਦੇ ਕੋਲ ਬਚਨ ਕਰਦੇ ਹਨ। ਆਤ ਆਨੰਦ ਭਿਖ ਰਹਿਓ ਸਮਾਈ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਬਾਬਾ ਬੁੱਢਾ ਸਾਹਿਬ ਜੀ ਨੇ ਦਰਸ਼ਨ ਕੀਤਾ ਤੇ ਆਨੰਦ ਵਿੱਚ ਹੀ ਸਮਾ ਗਏ। ਬਹੁਤ ਆਨੰਦ ਉਹਨਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੀ ਚਰਨ ਸ਼ਰਨ ਵਿੱਚੋਂ ਪ੍ਰਾਪਤ ਹੁੰਦਾ ਹੈ। ਦੋਹਰਾ ਸ਼੍ਰੀ ਗੁਰੂ ਹਰਗੋਬਿੰਦ ਬਿਰਧ ਕੋ ਦੇਖ ਰਹੇ ਹਰ ਖਾਏ। ਬਾਬਾ ਬੁੱਢਾ ਸਾਹਿਬ ਜੀ ਦੇ ਮਨ ਵਿੱਚ ਬਹੁਤ ਖੁਸ਼ੀ ਪੈਦਾ ਹੋਈ ਜਦੋਂ ਉਹਨਾਂ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦਾ ਦਰਸ਼ਨ ਕੀਤਾ। ਉਹਨਾਂ ਦੇ ਮਨ ਨੂੰ ਬਹੁਤ ਜ਼ਿਆਦਾ ਪ੍ਰਸੰਨਤਾ ਹੋਈ ਹੈ। ਕਹੋ ਸੁਧਾ ਸਰ ਸੁਧ ਸਕਲ ਸਿੱਖ ਸੰਗਤ ਸਮੁਦਾਇ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਚਨ ਕਰਦੇ ਨੇ, ਬਾਬਾ ਬੁੱਢਾ ਸਾਹਿਬ ਜੀ ਤੁਸੀਂ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੀ ਖਬਰ ਸਾਰ ਦੱਸੋ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉੱਥੇ ਸੰਗਤ ਕਿਵੇਂ ਜੁੜਦੀ ਹੈ। ਚੌਪਈ ਪ੍ਰੈ ਪੁੱਤਰਾ ਜੋ ਪ੍ਰਤੀਖਤ ਆਵੈ। ਤੇ ਕਹਿਣ ਲੱਗੇ ਵੀ ਉਸ ਅਸਥਾਨ ਉੱਤੇ ਪਿਆਰੀ ਪੁੱਤਰ ਵਾਲੀ ਜਿਹੜੀ ਸਾਡੀ ਮਾਤਾ ਜੀ ਹੈ, ਮਾਤ ਗੰਗਾ ਜੀ, ਉਹ ਸਾਨੂੰ ਉਡੀਕਦੇ ਹੋਣਗੇ। ਸਾਡੀ ਵਾਪਸ ਆਉਣ ਵਾਸਤੇ ਕੋਈ ਵਿਚਾਰ ਕਰਦੇ ਹੋਣਗੇ। ਆਸ ਮਮ ਮਾਤ ਸਨੇਹ ਉਪਾਵੈ। ਤੇ ਜੋ ਵੀ ਸਾਡੇ ਮਾਤਾ ਜੀ ਦਾ ਸਨੇਹੀ ਹੈ, ਜੋ ਉਹਨਾਂ ਨੇ ਮੈਸੇਜ ਭੇਜਿਆ ਹੈ, ਜੋ ਉਹਨਾਂ ਨੇ ਬਚਨ ਕੀਤਾ ਹੈ, ਕਹਿਣ ਲੱਗੇ ਤੁਸੀਂ ਦੱਸਣਾ ਕਰੋ। ਸਕਲ ਕੁਸਲ ਤਨ ਆਹ ਸਰੀਰ। ਤੇ ਇਸੇ ਤਰ੍ਹਾਂ ਸਰੀਰ ਦੀ ਸੁੱਖ ਸ਼ਾਂਤ ਠੀਕ ਠਾਕ ਨੇ। ਜਿਹੜੇ ਸਾਡੇ ਮਾਤਾ ਜੀ ਆ ਉੱਥੇ ਸੁੱਖ ਸ਼ਾਂਤ ਹੈ, ਇਹਦੇ ਬਾਰੇ ਦੱਸਣਾ ਕਰੋ। ਪਿੱਖਣ ਚਹਿਤ ਮਮ ਕੋ ਜੁਤ ਧੀਰ। ਤੇ ਮਾਤਾ ਜੀ ਕੀ ਸਾਨੂੰ ਦੇਖਣਾ ਚਾਹੁੰਦੇ ਹਨ, ਉਹਨਾਂ ਦੇ ਮਨ ਵਿੱਚ ਕਿਹੋ ਜਿਹਾ ਕੁਸਲ ਹੈ, ਕਿਵੇਂ ਉਹਨਾਂ ਦੇ ਮਨ ਵਿੱਚ ਧੀਰਜ ਹੈ। ਕਿਮ ਆਵਗਨ ਆਪ ਕੋ ਭਾਇਓ। ਬਾਬਾ ਜੀ ਤੁਸੀਂ ਆਪ ਚੱਲ ਕੇ ਆਏ ਜੇ ਤੇ ਆਪ ਜੀ ਦਾ ਇੱਥੇ ਆਉਣਾ ਕਿਵੇਂ ਹੋਇਆ, ਸਾਡੇ ਮਾਤਾ ਜੀ ਦਾ ਕੀ ਹਾਲ ਹੈ। ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦਾ ਔਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤ ਪਹਿਲਾਂ ਵਾਂਗ ਹੀ ਜੁੜਦੀ ਆ, ਸਾਰੀ ਖਬਰਸਾਰ ਪੁੱਛਦੇ ਆ। ਫੇਰ ਬਚਨ ਕਰਦੇ ਨੇ ਬਾਬਾ ਜੀ ਤੁਸੀਂ ਆਪ ਖੁਦ ਚੱਲ ਕੇ ਆਏ, ਕੀ ਕਾਰਨ ਬਣਿਆ ਹੈ। ਕਾਇਆ ਨਿਬਾਲ ਖੇਦ ਮਗ ਲਿਓ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਚਨ ਕਰਦੇ ਨੇ ਕਿ ਬਾਬਾ ਜੀ ਤੁਹਾਡਾ ਸਰੀਰ ਵੀ ਕਮਜ਼ੋਰ ਹੋ ਗਿਆ ਹੈ, ਬਜ਼ੁਰਗੀ ਦੇ ਵਿੱਚ ਨੇ। ਤੇ ਬਾਬਾ ਬੁੱਢਾ ਸਾਹਿਬ ਜੀ ਆਪ ਇੰਨੀ ਦੂਰ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਇੱਥੇ ਗਵਾਲੀਅਰ ਦੇ ਕਿਲੇ ਵਿੱਚ ਪਹੁੰਚੇ ਹੋ। ਆਸ ਪਰ ਚੜਨ ਚਲਨ ਹਮੇਸ਼। ਤੇ ਹਮੇਸ਼ਾ ਘੋੜੇ ਦੀ ਇਹ ਸਵਾਰੀ ਕਰਨੀ ਸਾਨੂੰ ਪਤਾ ਹੈ, ਤੁਹਾਨੂੰ ਵੀ ਚੰਗੀ ਲੱਗਦੀ ਹੈ। ਲੰਮਾ ਸਫ਼ਰ ਹੈ ਔਰ ਘੋੜੇ ਦੀ ਸਵਾਰੀ ਕਰਕੇ ਹੀ ਆਉਣਾ ਚਾਹੀਦਾ ਹੈ। ਬੇਸ਼ੱਕ ਤੁਹਾਡੇ ਕਿਸੇ ਹੱਥ ਦੇ ਅੱਗੇ ਦੁਨੀਆ ਦੇ ਸਾਰੇ ਕਰਮ ਛੋਟੇ ਆ, ਤੁਹਾਡੀ ਸੇਵਾ ਬਹੁਤ ਵੱਡੀ ਹੈ, ਤੁਹਾਡਾ ਸਿਮਰਨ ਬੜਾ ਵੱਡਾ ਹੈ, ਤੁਹਾਡੀ ਭਜਨ ਬੰਦਗੀ ਬਹੁਤ ਵੱਡੀ ਹੈ। ਪਰ ਇਸੇ ਤਰ੍ਹਾਂ ਬਾਬਾ ਜੀ ਤੁਹਾਨੂੰ ਹਮੇਸ਼ਾ ਘੋੜੇ ਦੇ ਉੱਤੇ ਹੀ ਸਵਾਰੀ ਕਰਨੀ ਬਣਦੀ ਹੈ। ਹੋਏਗਾ ਸ਼ਰਮਤ ਵਿਸ਼ੇਸ਼। ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਅਸੀਂ ਤੁਹਾਡੀ ਸੇਵਾ ਦਾ ਤੇ ਤੁਹਾਡੇ ਸਿਮਰਨ ਦਾ ਬਹੁਤ ਵੱਡਾ ਹਮੇਸ਼ਾ ਵਾਸਤੇ ਸਤਿਕਾਰ ਕਰਦੇ ਹਾਂ।
ਤੁਸੀਂ ਬਹੁਤ ਵੱਡੀ ਕਿਰਪਾ ਕੀਤੀ ਹੈ। ਸ੍ਰੀ ਗੁਰੂ ਨਾਨਕ ਕੇ ਹੀਰਨ ਹਾਰੇ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਜਿਨ੍ਹਾਂ ਨੇ ਦਰਸ਼ਨ ਕੀਤੇ ਹੁਣ ਉਹਨਾਂ ਦੇ ਕਿੰਨੇ ਵੱਡੇ ਭਾਗ ਆ। ਬਾਬਾ ਬੁੱਢਾ ਸਾਹਿਬ ਜੀ ਤੁਸੀਂ ਇਹਨਾਂ ਨੇਤਰਾਂ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਦੀਦਾਰ ਕੀਤੇ ਹਨ। ਬੜੀ ਅਵਸਥਾ ਬਾਲ ਤਨ ਹਾਰੇ। ਬਾਬਾ ਬੁੱਢਾ ਸਾਹਿਬ ਜੀ ਦਾ ਮਹਾਰਾਜ ਜੀ ਇੰਨਾ ਸਤਿਕਾਰ ਕਰਦੇ ਆ ਵੀ ਤੁਹਾਡੀ ਅਵਸਥਾ ਵੀ ਬਹੁਤ ਵੱਡੀ ਹੈ। ਤੁਹਾਡੀ ਆਰਜਾ ਜਿਹੜੀ ਉਮਰ ਆ ਇਹ ਵੀ ਬਹੁਤ ਵੱਡੀ ਹੈ। ਸਮੇਂ ਦੇ ਹਿਸਾਬ ਦੇ ਨਾਲ ਜਿਹੜਾ ਸਰੀਰ ਆ ਨਾ ਇਹਦਾ ਬਲ ਹਾਰ ਜਾਂਦਾ ਹੈ। ਪਰ ਦੂਸਰੇ ਪਾਸੇ ਬਾਣੀ ਦੇ ਬਚਨ ਆ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਜਿਨ੍ਹਾਂ ਦੀ ਸੁਰਤ ਬਾਣੀ ਨਾਲ ਜੁੜੀ ਆ ਰੱਬ ਦੇ ਨਾਲ ਜੁੜੀ ਆ ਉਹ ਸਰੀਰ ਭਾਵੇਂ ਬਜ਼ੁਰਗ ਵੀ ਹੋ ਜਾਏ ਕੋਈ 75 77 ਸਾਲ ਦੀ ਉਮਰ ਵੀ ਹੋ ਜਾਏ ਬਜ਼ੁਰਗੀ ਵਿੱਚ ਵੀ ਖੰਡਾ ਫੜ ਕੇ ਦੁਸ਼ਮਣਾਂ ਨੂੰ ਅੱਗੇ ਲਾ ਕੇ ਭਜਾ ਦਿੰਦੇ ਆ। ਤੋ ਇਸੇ ਤਰ੍ਹਾਂ ਮਹਾਰਾਜ ਬਚਨ ਕਰਦੇ ਨੇ ਜਿਹੜਾ ਮਨਮੁਖ ਆ ਉਹ ਭਾਵੇਂ ਜਵਾਨ ਵੀ ਆ ਉਹਦੇ ਉੱਤੇ ਜਵਾਨੀ ਨਹੀਂ ਆਉਂਦੀ ਕਿਉਂਕਿ ਵਿਕਾਰੀ ਬਣਿਆ ਰਹਿੰਦਾ ਹੈ ਆਲਸੀ ਬਣਿਆ ਰਹਿੰਦਾ ਹੈ। ਜਿਹੜਾ ਰੱਬ ਦਾ ਪਿਆਰਾ ਹੈ ਉਹ ਉਮਰਾਂ ਦੀ ਪਰਵਾਹ ਨਹੀਂ ਕਰਦਾ ਉਹ ਚੱਲ ਕੇ ਗੁਰੂ ਕੀ ਸੰਗਤ ਵਿੱਚ ਪਹੁੰਚ ਹੀ ਜਾਂਦਾ ਹੈ। ਤੋ ਬਚਨ ਕੀਤਾ ਬਾਬਾ ਬੁੱਢਾ ਸਾਹਿਬ ਜੀ ਬੇਸ਼ੱਕ ਉਮਰ ਦੇ ਲਿਹਾਜ਼ ਦੇ ਨਾਲ ਸਰੀਰ ਕਮਜ਼ੋਰ ਆ ਪਰ ਤੁਸੀਂ ਬਹੁਤ ਵੱਡਾ ਉਦਮ ਕੀਤਾ ਹੈ। ਬੈਠ ਰਹਿਣ ਹੀ ਤੁਮ ਬਣ ਆਵੇ। ਤੁਹਾਨੂੰ ਤੇ ਬਾਬਾ ਜੀ ਹੁਣ ਬੈਠ ਕੇ ਹੀ ਸੇਵਾ ਕਰਨੀ ਚਾਹੀਦੀ ਹੈ। ਤੁਸੀਂ ਬਹੁਤ ਵੱਡੀ ਸੇਵਾ ਕੀਤੀ ਆ ਇਸ ਕਰਕੇ ਤੁਹਾਨੂੰ ਤੇ ਇੱਕ ਥਾਂ ਤੇ ਬਿਰਾਜਮਾਨ ਹੋ ਕੇ ਹੀ ਸੇਵਾ ਕਰਨੀ ਬਣਦੀ ਹੈ। ਦਰਸ਼ਨ ਤੇ ਗਨ ਦੋਸ਼ ਮਿਟਾਵੇ। ਸੱਚੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੇ ਆਖਿਆ ਵੀ ਤੁਹਾਡੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਬਹੁਤ ਵੱਡੀ ਰਹਿਮਤ ਹੈ। ਤੁਸੀਂ ਜਿਨ੍ਹਾਂ ਨੂੰ ਦਰਸ਼ਨ ਦਿੰਦੇ ਜੇ ਉਹਨਾਂ ਦੇ ਦੋਸ਼ ਖਤਮ ਹੋ ਜਾਂਦੇ ਹੈ। ਉਹਨਾਂ ਦੇ ਔਗੁਣ ਜਿਹੜੇ ਆ ਉਹ ਮਿਟ ਜਾਂਦੇ ਹਨ। ਬਚਨ ਤੁਮਾਰੇ ਸੁਦਾ ਸਮਾਨ। ਤੁਹਾਡੇ ਜਿਹੜੇ ਬਚਨ ਆ ਉਹਨਾਂ ਵਿੱਚ ਪੂਰੀ ਬਰਕਤ ਹੈ। ਤੁਹਾਡੇ ਬਚਨ ਸੰਪੂਰਨ ਹੋ ਜਾਂਦੇ ਹਨ। ਸ਼ਰਾਵਣ ਕਰੇ ਸੁਖ ਲਹਿ ਮਹਾਨ। ਗੁਰੂ ਕੇ ਸਿੱਖ ਤੁਹਾਡੇ ਕੋਲੋਂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਮਹਾਨਤਾ ਸਰਵਣ ਕਰਦੇ ਆ। ਜਿਹੜੇ ਵੀ ਗੁਰੂ ਕੇ ਸਿੱਖ ਮਾਈ ਪਾਈ ਤੁਹਾਡੇ ਪਾਸੋਂ ਆਪਣੇ ਕੰਨਾਂ ਦੇ ਨਾਲ ਗੁਰੂ ਦਾ ਜਸ ਸੁਣਦੇ ਆ ਉਹ ਵੀ ਮਹਾਨ ਗੁਰਸਿੱਖ ਬਣ ਜਾਂਦੇ ਹਨ। ਕਿਰਪਾ ਸਹਿਤ ਕੋਮਲ ਗੁਰਬਾਣੀ। ਕਿਉਂਕਿ ਇਹ ਜਿਹੜੀ ਕੋਮਲ ਹੈ ਬੜੇ ਪਿਆਰ ਵਾਲੀ ਬੜੀ ਮਿੱਠੀ ਬਾਣੀ ਜਿਹੜੇ ਗੁਰੂ ਘਰ ਦੇ ਬਚਨ ਹਨ ਦਇਆ ਧਾਰ ਕੇ ਕਿਰਪਾ ਦੇ ਸਹਿਤ ਸੁਨਤ ਆਨੰਦਤ ਆਪ ਬਖਾਨੀ। ਇਹ ਬਾਬਾ ਬੁੱਢਾ ਸਾਹਿਬ ਜੀ ਕਿਰਪਾ ਵਾਲੀ ਕੋਮਲ ਗੁਰਬਾਣੀ ਸੁਣ ਕੇ ਬਾਬਾ ਬੁੱਢਾ ਜੀ ਆਪ ਆਨੰਦ ਹੋ ਕੇ ਫਿਰ ਦੱਸਣ ਲੱਗੇ ਹਨ। ਸ਼ੋਰ ਸੁਦਾਸਰ ਕੋ ਜਮਿਆਏ। ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਤੋਂ ਚੱਲ ਕੇ ਅੰਮ੍ਰਿਤਸਰ ਸਾਹਿਬ ਨੂੰ ਛੱਡ ਕੇ ਤੇ ਗਵਾਲੀਅਰ ਦੇ ਕਿਲ੍ਹੇ ਵਿੱਚ ਪਹੁੰਚਣਾ ਇਹਦਾ ਕਾਰਨ ਕੀ ਹੈ ਜੋ ਛੇਵੇਂ ਪਾਤਸ਼ਾਹ ਜੀ ਪੁੱਛਦੇ ਆ ਬਾਬਾ ਜੀ ਦੱਸਣ ਲੱਗੇ ਹਨ। ਕੁਸ਼ਲ ਸ਼ੇਮ ਸੋ ਬਸੇ ਥਾਏ। ਤੇ ਉਸ ਵੇਲੇ ਉਹਨਾਂ ਆਖਿਆ ਵੀ ਜਦੋਂ ਆਪ ਜੀ ਇੱਥੇ ਆ ਗਏ ਸੀ ਬੜੇ ਸੁੱਖ ਦੇ ਨਾਲ ਬੜੇ ਪਿਆਰ ਦੇ ਨਾਲ ਸਾਰੇ ਮਾਈ ਭਾਈ ਆਪ ਦੇ ਹੁਕਮ ਦੇ ਅਨੁਸਾਰ ਹੀ ਵਸਦੇ ਹਨ। ਸਰਬ ਔਰ ਤੇ ਸੰਗਤ ਆਵੇ। ਬਾਬਾ ਬੁੱਢਾ ਸਾਹਿਬ ਜੀ ਨੇ ਦੱਸਿਆ ਕਿ ਇਹ ਛੇਵੇਂ ਪਾਤਸ਼ਾਹ ਸਾਰੇ ਪਾਸਿਆਂ ਤੋਂ ਬੇਅੰਤ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਪਹਿਲਾਂ ਦੇ ਵਾਂਗ ਹੀ ਪਹੁੰਚ ਰਹੀਆਂ ਸਨ। ਮੁੱਦਤ ਹਿਰਦੇ ਅੰਮ੍ਰਿਤ ਸਰ ਨਾਵੇ। ਬੜੇ ਪਿਆਰ ਦੇ ਨਾਲ ਸੰਗਤ ਇੱਕ ਦੂਸਰੇ ਦੇ ਨਾਲ ਮਿੱਠੇ ਬਚਨ ਬੋਲਦੀ ਹੈ।
ਸਿੱਖ ਸੰਗਤਾਂ ਦੇ ਮਨਾਂ ਵਿੱਚ ਜਿਵੇਂ ਜਿਵੇਂ ਸੰਗਤ ਦਰਸ਼ਨ ਦੀਦਾਰ ਕਰਦੀ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਬਹੁਤ ਸੰਗਤਾਂ ਵਿੱਚ ਆਪਸੀ ਪਿਆਰ ਬਣਦਾ ਹੈ ਔਰ ਪਾਵਨ ਸਰੋਵਰ ਦੇ ਵਿੱਚ ਸੰਗਤ ਇਸ਼ਨਾਨ ਵੀ ਕਰਦੀ ਹੈ। ਸ੍ਰੀ ਹਰਿਮੰਦਰ ਮਹਿ ਜਾਹੇ ਬਹੋਰੀ। ਫੇਰ ਗੁਰੂ ਕੀਆਂ ਸੰਗਤਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਾਂਦੀਆਂ ਹਨ। ਪਰਮ ਪ੍ਰੇਮ ਤੇ ਅਰਪ ਅਕੋਰੀ। ਮਹਾਰਾਜ ਗੁਰੂ ਰਾਮਦਾਸ ਮਹਾਰਾਜ ਜੀ ਦੇ ਸਥਾਨਾਂ ਉੱਤੇ ਜਾ ਕੇ ਸੰਗਤ ਮੱਥਾ ਟੇਕਦੀ ਆ। ਮਨ ਵਿੱਚ ਬਹੁਤ ਪ੍ਰੇਮ ਸੰਗਤ ਧਾਰਦੀ ਹੈ ਤੇ ਇਸੇ ਤਰ੍ਹਾਂ ਜੋ ਵੀ ਕਾਰ ਭੇਟਾ ਲਿਆਉਂਦੇ ਆ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰਦੇ ਹਨ। ਸਿਮਰਤ ਹੈ ਇੱਕ ਦਰਸ਼ ਤੁਹਾਰਾ। ਬਸ ਜਦੋਂ ਸੰਗਤ ਆਉਂਦੀ ਆ ਤੁਹਾਨੂੰ ਬੜਾ ਯਾਦ ਕਰਦੀ ਆ ਵੀ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਦੇ ਵੀ ਦਰਸ਼ਨ ਹੋ ਜਾਂਦੇ ਤੇ ਸਾਡੇ ਬਹੁਤ ਹੀ ਵੱਡੇ ਭਾਗ ਬਣ ਜਾਂਦੇ। ਹੇ ਗੁਰੂ ਹਰਗੋਬਿੰਦ ਸਾਹਿਬ ਜੀ ਸੰਗਤ ਆਉਂਦੀ ਤੇ ਹੈ ਦਰਬਾਰ ਸਾਹਿਬ ਇਸ਼ਨਾਨ ਵੀ ਕਰਦੇ ਨੇ, ਪਾਵਨ ਸਰੋਵਰ ਦੇ ਵਿੱਚ ਮੱਥਾ ਵੀ ਟੇਕਦੇ ਆ, ਸਾਰੇ ਕਾਰਜ ਕਰਦੇ ਆ, ਪਰ ਸੰਗਤ ਤੁਹਾਨੂੰ ਬਹੁਤ ਹੀ ਯਾਦ ਕਰਦੀ ਹੈ। ਕਰਹਿ ਪ੍ਰਤੀਖਣ ਭਾਉ ਉਦਾਰਾ। ਬੜੇ ਪਿਆਰ ਦੇ ਨਾਲ ਸੰਗਤ ਆਪ ਜੀ ਦੀ ਉਡੀਕ ਕਰਦੀ ਹੈ ਤੇ ਇਸੇ ਤਰ੍ਹਾਂ ਉਹਨਾਂ ਦੇ ਮਨਾਂ ਦੇ ਵਿੱਚ ਬਹੁਤ ਜ਼ਿਆਦਾ ਆਪ ਜੀ ਦੇ ਬਿਲਾਪ ਦੇ ਪ੍ਰਤੀ ਪਿਆਰ ਪੈਦਾ ਹੁੰਦਾ ਹੈ। ਰਾਵਰ ਕੀ ਸਦਾ ਪਹੁੰਚੀ ਜਾਏ। ਤੇ ਕਹਿਣ ਲੱਗੇ ਜਦੋਂ ਇਸ ਬਾਰੇ ਖਬਰ ਉੱਥੇ ਪਹੁੰਚਦੀ ਹੈ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ, ਜਿਵੇਂ ਵੀ ਆਪ ਜੀ ਦਿੱਲੀ ਵਿਖੇ ਪਹੁੰਚੇ, ਆਪ ਜੀ ਦੀ ਸਾਰੀ ਖਬਰਸਾਰ ਜਦੋਂ ਉੱਥੇ ਪਹੁੰਚਦੀ ਹੈ ਬਾਦਸ਼ਾਹ ਮਿਲਿਆ ਬਹੁ ਪ੍ਰੇਮ ਉਪਾਏ। ਇਹ ਵੀ ਖਬਰ ਉੱਥੇ ਮਿਲਦੀ ਹੈ ਕਿ ਬਾਦਸ਼ਾਹ ਆਪ ਜੀ ਨੂੰ ਬਹੁਤ ਪਿਆਰ ਨਾਲ ਮਿਲਦਾ ਹੈ। ਬੜੇ ਸਤਿਕਾਰ ਦੇ ਨਾਲ ਬਾਦਸ਼ਾਹ ਆਪ ਜੀ ਨੂੰ ਮਿਲਿਆ ਹੈ। ਸੰਗ ਅਖੀਰ ਚੀਰ ਕੋ ਮਾਰਾ। ਬਾਬਾ ਬੁੱਢਾ ਸਾਹਿਬ ਜੀ ਦੱਸਦੇ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਅੰਮ੍ਰਿਤਸਰ ਸਾਹਿਬ ਵਿਖੇ ਵੀ ਸੰਗਤਾਂ ਦੇ ਕੋਲ ਆਪ ਜੀ ਦੀ ਖਬਰ ਪਹੁੰਚੀ, ਕਿਉਂਕਿ ਸੰਗਤ ਆਪ ਜੀ ਦੇ ਬਚਨ ਸੁਣਦੀ ਹੈ ਤੇ ਉਹਨਾਂ ਦੇ ਮਨ ਵਿੱਚ ਬੜੀ ਖੁਸ਼ੀ ਪੈਦਾ ਹੁੰਦੀ, ਬੜਾ ਉਤਸ਼ਾਹ ਪੈਦਾ ਹੁੰਦਾ ਹੈ। ਤੋ ਜਿਵੇਂ ਆਪ ਜੀ ਨੇ ਸ਼ਿਕਾਰ ਖੇਡਿਆ ਤੇ ਬਹੁਤ ਵੱਡਾ ਖੂੰਖਾਰ ਸ਼ੇਰ ਮਾਰਿਆ, ਇਹ ਵੀ ਖਬਰ ਸੰਗਤ ਦੇ ਕੋਲ ਉੱਥੇ ਪਹੁੰਚੀ ਹੈ। ਭਾਇਆ ਜਗਤ ਮਹਿ ਸੋ ਜਸ ਤੁਮਾਰਾ। ਸਾਰੇ ਜਗਤ ਵਿੱਚ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਤੁਹਾਡਾ ਬਹੁਤ ਵੱਡਾ ਜਸ ਹੋਇਆ ਹੈ, ਤੁਹਾਡੀ ਬਹੁਤ ਸਿਫਤ ਸਲਾਹ ਹੋਈ ਹੈ। ਡੇਰੇ ਵਿਖੇ ਬਾਦਸ਼ਾਹ ਚੱਲ ਆਇਓ। ਤੇ ਫਿਰ ਡੇਰੇ ਦੇ ਵਿੱਚ ਜਿਹੜਾ ਬਾਦਸ਼ਾਹ ਹੈ ਉਹ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਪ ਚੱਲ ਕੇ ਆਉਂਦਾ ਹੈ। ਗੁਰੂ ਅਦਾਇਬ ਅਦਕ ਵਧਾਇਓ। ਜਦੋਂ ਬਾਦਸ਼ਾਹ ਆਇਆ ਤੇ ਫਿਰ ਇਸੇ ਤਰ੍ਹਾਂ ਜਿਹੜਾ ਗੁਰੂ ਦੇ ਘਰ ਦਾ ਸਤਿਕਾਰ ਹੈ ਉਹ ਬਹੁਤ ਵਧਿਆ ਹੈ। ਉਹਨੇ ਆਣ ਕੇ ਆਪ ਜੀ ਨੂੰ ਨਮਸਕਾਰ ਕੀਤੀ ਹੈ। ਪੁਨਹ ਦੁਰਗਮ ਹੈ ਪਰਵੇਸ਼ਨ ਸੁਣਿਓ। ਪਰ ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਹ ਤਾਂ ਠੀਕ ਹੈ, ਪਰ ਜਦੋਂ ਇਸ ਗੱਲ ਦਾ ਪਤਾ ਲੱਗਿਆ ਕਿ ਇਹ ਜਿਹੜਾ ਗਵਾਲੀਅਰ ਦਾ ਕਿਲਾ ਹੈ ਇੱਥੇ ਆਪ ਜੀ ਨੇ ਪ੍ਰਵੇਸ਼ ਕਰ ਲਿਆ ਹੈ। ਮਾਤ ਬਹੁ ਚਿੰਤ ਸਿਰ ਕੋ ਧੁਣਿਓ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜਦੋਂ ਮਾਤ ਗੰਗਾ ਜੀ ਨੂੰ ਇਹ ਖਬਰ ਮਿਲੀ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਿਆ ਤੇ ਉਸ ਵੇਲੇ ਮਾਤ ਗੰਗਾ ਜੀ ਨੂੰ ਬੜਾ ਦੁੱਖ ਹੋਇਆ। ਜਿਵੇਂ ਸਿਰ ਤੋਂ ਦੁੱਖ ਸ਼ੁਰੂ ਹੁੰਦਾ ਹੈ ਤੇ ਸਿਰ ਫੜ ਕੇ ਬੈਠ ਜਾਈਦਾ ਹੈ, ਮਾਤ ਗੰਗਾ ਜੀ ਨੇ ਬਹੁਤ ਦੁੱਖ ਮਨਾਇਆ ਹੈ। ਵੱਡੇ ਗੁਰਨ ਕਹੋ ਸਿਮਰਨ ਕਰਤੀ। ਕਿਉਂਕਿ ਜਿਹੜੇ ਸਿਆਣੇ ਪੁਰਸ਼ ਨੇ ਉਹਨਾਂ ਦਾ ਤਜਰਬਾ ਬੋਲਦਾ ਹੈ
ਕਿ ਪਹਿਲਾਂ ਗੁਰੂ ਅਰਜਨ ਸਾਹਿਬ ਜੀ ਨੂੰ ਇਹਨਾਂ ਲੋਕਾਂ ਨੇ ਲਾਹੌਰ ਵਿਖੇ ਬੁਲਾਇਆ ਤੇ ਸਤਿਗੁਰਾਂ ਦੇ ਨਾਲ ਕੀ ਭਾਣਾ ਵਰਤਾਇਆ। ਮਾਤਾ ਜੀ ਦੇ ਸਾਹਮਣੇ ਉਹ ਸਾਰਾ ਦ੍ਰਿਸ਼ ਆ ਗਿਆ। ਮਾਤਾ ਜੀ ਨੂੰ ਜਦੋਂ ਇਹ ਖਬਰ ਮਿਲੀ, ਹੁਣ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਗਏ ਆ। ਬਾਬਾ ਬੁੱਢਾ ਸਾਹਿਬ ਜੀ ਦੱਸਦੇ ਨੇ, 6ਵੇਂ ਪਾਤਸ਼ਾਹ ਜੀ ਉਹਨਾਂ ਨੇ ਉਸੇ ਵੇਲੇ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੂੰ ਯਾਦ ਕੀਤਾ ਹੈ। ਤੁਮ ਦਿਸਤ ਸ਼ੰਕਾ ਔਰ ਧਰਤੀ। ਤੇ ਉਸੇ ਵੇਲੇ ਮਨ ਵਿੱਚ ਬਹੁਤ ਵੱਡੀ ਸ਼ੰਕਾ ਪੈਦਾ ਹੋ ਗਈ ਆ। ਇਹ ਬਾਦਸ਼ਾਹ ਲੋਕ ਚੰਗੇ ਨਹੀਂ ਹੁੰਦੇ, ਬਾਹਰੋਂ ਕੁਛ ਹੁੰਦੇ ਐ, ਅੰਦਰੋਂ ਕੁਛ ਹੁੰਦੇ ਐ। ਬਾਬਾ ਜੀ ਨੇ ਆਖਿਆ, ਸੱਚੇ ਪਾਤਸ਼ਾਹ, ਮਾਤਾ ਜੀ ਨੇ ਆਪਣੇ ਮਨ ਵਿੱਚ ਬਹੁਤ ਵੈਰਾਗ ਧਾਰਨ ਕੀਤਾ ਹੈ। ਅਦਕ ਬਿਖਾਦ ਹਿਰਦੇ ਮਹਿ ਪਾਇਓ। ਤੇ ਬਹੁਤ ਜ਼ਿਆਦਾ ਆਪਣੇ ਮਨ ਵਿੱਚ ਜਿਵੇਂ ਕੋਈ ਦੁੱਖ ਤਕਲੀਫ ਲੱਗ ਜਾਂਦਾ ਹੈ, ਉਹਨਾਂ ਨੇ ਬੜਾ ਹੀ ਦੁੱਖ ਮਨਾਇਆ ਹੈ। ਪਾਠ ਦਾਸੀ ਤਬ ਮੋਹਿ ਬੁਲਾਇਓ। ਬਾਬਾ ਬੁੱਢਾ ਸਾਹਿਬ ਜੀ ਦੱਸਦੇ ਆ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਫਿਰ ਮਾਤਾ ਗੰਗਾ ਜੀ ਨੇ ਉਸੇ ਵੇਲੇ ਆਪਣੀ ਇੱਕ ਦਾਸੀ, ਜਿਹੜੀ ਉਹਨਾਂ ਦੇ ਕੋਲ ਸੇਵਾ ਕਰਨ ਵਾਲੇ ਬੀਬੀ ਨੇ, ਕੋਈ ਮਾਈ ਭੈਣ, ਉਹਨਾਂ ਨੂੰ ਉਸੇ ਵੇਲੇ ਸਾਡੇ ਪਾਸ ਭੇਜਿਆ ਹੈ। ਚਿਤ ਕੀ ਚਿੰਤਾ ਸਕਲ ਸੁਨਾਈ। ਤੇ ਜਦੋਂ ਉੱਥੇ ਬਾਬਾ ਜੀ ਪਹੁੰਚਦੇ ਆ ਮਾਤ ਗੰਗਾ ਜੀ ਦੇ ਪਾਸ, ਤੇ ਮਾਤ ਗੰਗਾ ਜੀ ਨੇ ਸਾਰੀ ਗੱਲ ਜਿਹੜੀ ਆ ਬਾਬਾ ਬੁੱਢਾ ਸਾਹਿਬ ਜੀ ਨੂੰ ਦੱਸੀ ਆ। ਜਿਹੜੀ ਉਹਨਾਂ ਦੇ ਮਨ ਵਿੱਚ ਚਿੰਤਾ ਸੀ, ਉਹ ਸਾਰੀ ਗੱਲ ਬਾਬਾ ਬੁੱਢਾ ਸਾਹਿਬ ਜੀ ਨੂੰ ਸਰਵਣ ਕਰਵਾਈ ਹੈ। ਕਹਿਓ ਕਿ ਤੁਮ ਜਾਵਨ ਬਣ ਆਏ। ਕਹਿਣ ਲੱਗੇ, ਸੱਚੇ ਪਾਤਸ਼ਾਹ, ਮਾਤ ਗੰਗਾ ਜੀ ਨੇ ਮੈਨੂੰ ਹੁਕਮ ਲਾਇਆ ਹੈ ਕਿ ਬਾਬਾ ਬੁੱਢਾ ਸਾਹਿਬ ਜੀ ਹੁਣ ਤੁਹਾਡਾ ਜਾਣਾ ਬਣਦਾ, ਤੁਸੀਂ ਜਾਓਗੇ ਤੇ ਤਾਂ ਹੀ ਸਾਰੀ ਗੱਲ ਬਣੇਗੀ। ਇਸ ਕਰਕੇ ਮਾਤਾ ਜੀ ਨੇ ਮੈਨੂੰ ਹੁਕਮ ਕੀਤਾ ਹੈ ਵੀ ਤੁਸੀਂ ਗਵਾਲੀਅਰ ਦੇ ਕਿਲੇ ਵਿੱਚ ਪਹੁੰਚ ਕਰੋ। ਕਾਰਜ ਸਕਲ ਸੁਧਾਰ ਹੋ ਜਾਏ। ਮਾਤਾ ਜੀ ਨੇ ਹੁਕਮ ਲਾਇਆ ਕਿ ਸਾਰਾ ਕਾਰਜ ਜਾ ਕੇ ਸੁਧਾਰਨਾ ਹੈ, ਭਾਵ ਜੋ ਸਚਾਈ ਸਾਹਮਣੇ ਲਿਆਉਣੀ ਤੇ ਗੁਰੂ ਸਾਹਿਬ ਜੀ ਨੂੰ ਵੀ ਜਾ ਕੇ ਬੇਨਤੀ ਕਰਨੀ ਹੈ। ਜਿਉ ਕਿਉ ਕਰ ਮਮ ਸੁਤ ਕੋ ਲਿਆਏ। ਮਾਤਾ ਜੀ ਨੇ ਮੈਨੂੰ ਇੱਥੋਂ ਤੱਕ ਆਖ ਕੇ ਹੁਕਮ ਕੀਤਾ, ਜਿਵੇਂ ਵੀ ਹੋਵੇ, ਜੋ ਕੁਛ ਵੀ ਕਰਨਾ ਪਵੇ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵਾਪਸ ਅੰਮ੍ਰਿਤਸਰ ਸਾਹਿਬ ਵਿਖੇ ਆਉਣੇ ਚਾਹੀਦੇ ਹੈ। ਮਾਤ ਗੰਗਾ ਜੀ ਨੇ ਆਖਿਆ, ਬਾਬਾ ਬੁੱਢਾ ਸਾਹਿਬ, ਮੇਰਾ ਪੁੱਤਰ ਇੱਥੇ ਵਾਪਸ ਆਉਣਾ ਚਾਹੀਦਾ ਹੈ, ਕਿਉਂਕਿ ਅਜੇ ਪਹਿਲੇ ਜ਼ਖਮ ਅੱਲੇ ਹੈ, ਜ਼ਖਮ ਹਰੇ ਆ। ਜਿਵੇਂ ਇਹਨਾਂ ਲੋਕਾਂ ਨੇ ਗੁਰੂ ਅਰਜਨ ਸਾਹਿਬ ਜੀ ਨੂੰ ਸ਼ਹੀਦ ਕੀਤਾ, ਤਾਂ ਮਾਤਾ ਜੀ ਨੇ ਆਖਿਆ, ਬਾਬਾ ਬੁੱਢਾ ਸਾਹਿਬ, ਤੁਸੀਂ ਜਾਓਗੇ ਤੇ ਤਾਂ ਹੀ ਇਹ ਸਾਰੀ ਗੱਲ ਬਣੇਗੀ। ਸੁਣ ਕਰ ਮੈਂ ਪੁਨ ਬਹੁ ਸਮਝਾਏ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਕਿ ਹੇ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਜਦੋਂ ਮੈਂ ਮਾਤਾ ਜੀ ਦੇ ਪਾਸੋਂ ਇਹ ਚਿੰਤਾ ਵਾਲੀਆਂ ਗੱਲਾਂ ਸੁਣੀਆਂ ਤੇ ਮੈਂ ਮਾਤਾ ਜੀ ਨੂੰ ਬਹੁਤ ਦਿਲਾਸਾ ਦਿੱਤਾ ਹੈ। ਸ੍ਰੀ ਸਤਿਗੁਰ ਸਮਰੱਥ ਸਦਾ ਈ। ਮੈਂ ਆਖਿਆ, ਮਾਤਾ ਜੀ ਤੁਸੀਂ ਕੋਈ ਫਿਕਰ ਨਾ ਕਰੋ, ਸਤਿਗੁਰੂ ਜੀ ਸਮਰੱਥ ਆ ਤੇ ਸਾਰਾ ਕੁਝ ਕਰਨ ਕਾਰਨ ਦੇ ਸਮਰੱਥ ਨੇ, ਤੇ ਮਹਾਰਾਜ ਤੇ ਸਦਾ ਹੀ ਸੁਖਦਾਈ ਵਸਦੇ ਹਨ। ਜਿਮ ਚਿਤ ਚਾਹੇ ਕਰੇ ਸੋ ਬਾਤ। ਸਤਿਗੁਰੂ ਤੇ ਜਿਵੇਂ ਚਾਹਣ ਉਸੇ ਤਰ੍ਹਾਂ ਹੀ ਕਰ ਸਕਦੇ ਆ। ਸਤਿਗੁਰੂ ਨੂੰ ਕੌਣ ਕੈਦ ਕਰ ਸਕਦਾ? ਕੌਣ ਹੁੰਦਾ ਗੁਰੂ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚ ਕੈਦ ਕਰ ਲਵੇ? ਇਹ ਤੇ ਮਹਾਰਾਜ ਜੀ ਪਰਮੇਸ਼ਰ ਦੀ ਰਜ਼ਾ ਵਿੱਚ ਉੱਥੇ ਗਏ ਆ। ਇਸ ਕਰਕੇ ਤੁਸੀਂ ਆਪਣੇ ਮਨ ਵਿੱਚ ਕੋਈ ਚਿੰਤਾ ਨਾ ਕਰੋ। ਰਹੋ ਨਿਚਿੰਤ ਕੀਰਤ ਅਵਦਾਤ। ਬਾਬਾ ਜੀ ਨੇ ਆਖਿਆ, ਮਾਤਾ ਜੀ ਨਿਸ਼ਚਿੰਤ ਹੋ ਕੇ ਰਹੋ, ਕਿਸੇ ਗੱਲ ਦਾ
कोई भी फिक्र ना करो। तौ स्नेह आपको धारत। सच्चे पातशाह ਤੁਹਾਡੇ ਨਾਲ ਬਹੁਤ ਜ਼ਿਆਦਾ ਸਨੇਹ ਹੈ, ਬਹੁਤ ਜ਼ਿਆਦਾ ਪਿਆਰ ਮਾਤਾ ਜੀ ਨੇ ਦਿਖਾਇਆ ਹੈ। ਇੱਕ ਪੁੱਤਰ ਪੁਨ ਪ੍ਰਥਮ ਵਿਸ਼ੁੰਨ। ਮਾਤਾ ਜੀ ਨੇ ਆਖਿਆ ਕਿ ਬਾਬਾ ਬੁੱਢਾ ਸਾਹਿਬ ਜੀ ਇੱਕ ਹੀ ਤਾਂ ਸਪੁੱਤਰ ਹੈ, ਤੇ ਉਸ ਪੁੱਤਰ ਦਾ ਵੀ ਵਿਛੋੜਾ ਪੈ ਗਿਆ, ਤੇ ਪਹਿਲੀ ਵਾਰ ਵਿਛੋੜਾ ਅੱਗੇ ਪਿਆ ਹੈ। ਆਏ ਦੂਰ ਬਰਿੰਦ ਦਿਨ ਪੁੰਨੇ। ਇੰਨੇ ਦਿਨ ਬਤੀਤ ਹੋ ਗਏ ਆ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਵਾਪਸ ਨਹੀਂ ਆਏ। ਤੋ ਇਹ ਵਿਚਾਰ ਕਰਕੇ ਮਾਤਾ ਜੀ ਆਪਣੇ ਮਨ ਵਿੱਚ ਬਹੁਤ ਚਿੰਤਾ ਧਾਰਨ ਕਰਦੇ ਹਨ। ਦੁਰਗ ਗਵਾਲੀਅਰ ਪਰਵੇਸੇ ਆਪ। ਜਦੋਂ ਇਹ ਸੁਣਿਆ ਮਾਤਾ ਜੀ ਨੇ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਗਵਾਲੀਅਰ ਦੇ ਕਿਲੇ ਵਿੱਚ ਪ੍ਰਵੇਸ਼ ਕਰ ਗਏ ਹਨ। ਸੁਣ ਮਾਤਾ ਕੇ ਮਹਤ ਸੰਤਾਪ। ਬਾਬਾ ਬੁੱਢਾ ਸਾਹਿਬ ਜੀ ਨੇ ਆਖਿਆ ਕਿ ਹੇ ਮੇਰੀ ਪੀਰੀ ਦੇ ਮਾਲਕ, ਜਦੋਂ ਇਸ ਗੱਲ ਦਾ ਮਾਤਾ ਜੀ ਨੂੰ ਪਤਾ ਲੱਗਿਆ, ਉਹਨਾਂ ਦੇ ਮਨ ਨੂੰ ਬੜਾ ਸੰਤਾਪ ਹੋਇਆ ਹੈ, ਬੜਾ ਦੁੱਖ ਲੱਗਾ ਹੈ। ਕਰਿਆ ਮੋਹਿ ਪ੍ਰਤ ਪੁਨਹ ਬਣਾਏ। ਮਾਤਾ ਜੀ ਨੇ ਮੈਨੂੰ ਹੁਕਮ ਕੀਤਾ ਹੈ ਕਿ ਜਿਸ ਤਰ੍ਹਾਂ ਵੀ ਹੋਵੇ ਤੁਸੀਂ ਉੱਥੇ ਜਾਓ ਤੇ ਸਾਰੀ ਬੰਤ ਬਣਾਉਣੀ ਕਰੋ ਕਿ ਮਹਾਰਾਜ ਜੀ ਕਿਲੇ ਵਿੱਚੋਂ ਬਾਹਰ ਆ ਜਾਵਣ। ਤੁਮ ਸਿਆਣੇ ਜਾਵਨ ਬਣ ਆਏ। ਤੇ ਤੁਸੀਂ ਸਿਆਣੇ ਜੇ, ਤੇ ਜਿਵੇਂ ਤੁਸੀਂ ਜਾਓਗੇ ਤੇ ਮੈਨੂੰ ਪੂਰਨ ਵਿਸ਼ਵਾਸ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰੋਗੇ, ਉਹਨਾਂ ਦੇ ਨਾਲ ਬਚਨਾਂ ਦੀ ਸਾਂਝ ਕਰੋਗੇ, ਤੇ ਬਾਬਾ ਬੁੱਢਾ ਸਾਹਿਬ ਜੀ ਤੁਹਾਡਾ ਬਚਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਦੇ ਵਾਸਤੇ ਵਾਪਸ ਨਹੀਂ ਮੋੜਨਗੇ। ਇਸ ਕਰਕੇ ਤੁਸੀਂ ਢਿੱਲੇ ਨਹੀਂ ਪੈਣਾ, ਤੁਰੰਤ ਜਾਓ, ਜਾ ਕੇ ਬਾਬਾ ਬੁੱਢਾ ਸਾਹਿਬ ਜੀ ਨੂੰ ਸਾਡੇ ਬਾਰੇ ਸਾਰਾ ਹੀ ਦੱਸਣਾ ਕਰੋ। ਸੋ ਬਾਬਾ ਬੁੱਢਾ ਸਾਹਿਬ ਜੀ ਨੇ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀ ਨੂੰ ਆਪਣੇ ਆਉਣ ਦਾ ਜਿਹੜਾ ਕਾਰਨ ਆ ਉਹ ਸਾਰਾ ਦੱਸਿਆ ਹੈ। ਦੂਸਰੇ ਪਾਸੇ ਜਿਹੜੇ ਗੁਰੂ ਕੇ ਸਿੱਖ ਭਾਈ ਜੇਠਾ ਜੀ ਆ, ਜੋ ਉਹਨਾਂ ਨੇ ਸਲਾਹ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਮਨ ਦੀ ਦੱਸੀ ਆ ਕਿ ਹੁਣ ਸਾਡੇ ਕੋਲ ਤੇ ਇਹੋ ਢੰਗ ਤਰੀਕਾ ਹੈ। ਸੋ ਕਿਵੇਂ ਭਾਈ ਜੇਠਾ ਸਾਹਿਬ ਜੀ ਜਦੋਂ ਬਾਦਸ਼ਾਹ ਦੀ ਅੱਖ ਲੱਗਦੀ ਹੈ, ਨੀਂਦ ਆਉਂਦੀ ਹੈ, ਉਹਨੂੰ ਇਉਂ ਜਾਪਦਾ ਵੀ ਬਹੁਤ ਵੱਡਾ ਭਿਆਨਕ ਖਤਰਨਾਕ ਸ਼ੇਰ ਮੇਰੀ ਛਾਤੀ ਉੱਤੇ ਚੜ੍ਹ ਗਿਆ, ਮੇਰੀ ਜਾਨ ਲੈ ਲਵੇਗਾ। ਤੋ ਇਸੇ ਤਰ੍ਹਾਂ ਬਾਦਸ਼ਾਹ ਬੜਾ ਦੁਖੀ ਹੁੰਦਾ ਹੈ, ਚਿੰਤਾ ਵਿੱਚ ਪੈਂਦਾ ਹੈ। ਇਹ ਆਪਾਂ ਆਉਣ ਵਾਲੇ ਸਮੇਂ ਵਿੱਚ ਇਸ ਪ੍ਰਸੰਗ ਦੀ ਵਿਚਾਰ ਕਰਾਂਗੇ।